Hello students, beta today in this lecture I am going to discuss the topic power of lens. Beta in the earlier lecture we have discussed sign conventions, lens formula and magnification. Now beta we will discuss power of a lens. So beta power of a lens is the ability of the lens to converge or diverge the rays of light falling on it. ਬੇਟਾ ਇੱਥੇ ਜੋ ਪਾਵਰ ਆਫ ਲੈਂਸ ਦਾ ਕੀ ਮਤਲਬ ਹੈ ਕਿ ਜਦੋਂ ਕਿਸੇ ਵੀ ਲੈਂਸ ਦੇ ਉੱਤੇ ਬੇਟਾ ਲਾਈਟ ਹੈ ਜਿਹੜੀ ਫੋਲ ਕਰੂਗੀ, ਰੇਜ਼ ਆਫ ਲਾਈਟ ਫੋਲ ਕਰਨਗੀਆਂ, ਤਾਂ ਉਸ ਦੀ ਐਬਿਲਿਟੀ ਕਿ ਉਹ ਕਿੰਨਾ ਕੁ ਉਸ ਨੂੰ ਕਨਵਰਜ ਕਰੂਗੀ ਔਰ ਡਾਈਵਰਜ ਕਰੂਗੀ। ਠੀਕ ਹੈ ਜੀ। ਸੋ ਪਾਵਰ ਆਫ ਅ ਲੈਂਸ ਇਜ਼ ਡਿਫਾਈਨਡ ਐਜ਼ ਦ ਰੈਸੀਪ੍ਰੋਕਲ ਆਫ ਦ ਫੋਕਲ ਲੈਂਥ ਆਫ ਦ ਲੈਂਸ। ਇਟ ਇਜ਼ ਡਿਨੋਟਡ ਬਾਈ ਪੀ। ਸੋ ਬੇਟਾ ਜੋ ਇਸ ਐਬਿਲਿਟੀ ਨੂੰ ਅਸੀਂ ਮੈਥਮੈਟਿਕਲੀ ਕਿਵੇਂ ਸੋਲਵ ਕਰਦੇ ਹਾਂ ਜਾਂ ਆਪਾਂ ਇਸ ਨੂੰ ਕਿਵੇਂ ਡਿਫਾਈਨ ਕਰਦੇ ਹਾਂ ਰਾਜੇ, ਜੋ ਪੀ ਹੈ ਉਹ ਰੈਸੀਪ੍ਰੋਕਲ ਕਿਸ ਦਾ ਬੇਟਾ, ਫੋਕਲ ਲੈਂਥ ਦਾ। ਔਰ ਫੋਕਲ ਲੈਂਥ ਬੇਟੇ ਆਲਵੇਜ਼ ਆਪਾਂ ਮੀਟਰਸ ਦੇ ਵਿੱਚ ਐਜ਼ਿਊਮ ਕਰਦੇ ਹਾਂ। ਠੀਕ ਹੈ ਜੀ। ਔਰ ਪਾਵਰ ਨੂੰ ਬੇਟਾ ਕੈਪੀਟਲ ਪੀ ਦੇ ਨਾਲ ਐਜ਼ਿਊਮ ਕਰਦੇ ਹਾਂ। ਅਗਰ ਰਾਜੇ ਸਾਡੇ ਕੋਲ ਜੋ ਫੋਕਲ ਲੈਂਥ ਹੈ ਸੈਂਟੀਮੀਟਰ ਦੇ ਵਿੱਚ ਹੈ ਤਾਂ ਆਪਾਂ ਉੱਪਰ 100 ਲਗਾ ਦਾਂਗੇ ਬੇਟਾ, ਤਾਂ ਉਹ ਕਿਸ ਦੇ ਵਿੱਚ ਕਨਵਰਟ ਹੋ ਜੂਗੀ, ਤੁਹਾਡੀ ਮੀਟਰ ਦੇ ਵਿੱਚ। ਕਲੀਅਰ। ਸੋ ਵੀ ਕੈਨ ਸੇ ਦੈਟ ਕਿ ਅਗਰ ਬੇਟੇ ਫੋਕਲ ਲੈਂਥ ਸਾਡੇ ਕੋਲ ਸਮੋਲ ਹੈ, ਠੀਕ ਹੈ, ਇਸ ਦਾ ਕੀ ਮਤਲਬ ਹੈ ਕਿ ਜੋ ਪਾਰ ਦੀ ਵੈਲਿਊ ਹੈ ਬੇਟੇ ਉਹ ਕੀ ਹੋਊਗੀ, ਘੱਟ ਹੋਊਗੀ। ਵੀ ਕੈਨ ਸੇ ਦੈਟ ਅ ਲੈਂਸ ਆਫ ਅ ਸਮੋਲ ਫੋਕਲ ਲੈਂਥ ਹੈਜ਼ ਲਾਰਜ ਪਾਰ। ਬੇਟੇ ਅਗਰ ਇਹ ਘੱਟ ਹੈ ਤਾਂ ਇਹ ਕੀ ਹੋਊਗੀ ਰਾਜੇ, ਜ਼ਿਆਦਾ ਹੋਊਗੀ। ਤਾਂ ਲਾਰਜ ਪਾਰ ਆਫ ਕਨਵਰਜਿੰਗ ਔਰ ਆ ਡਾਈਵਰਜਿੰਗ ਆ ਪੈਰਲਰ ਬੀਮ ਆਫ ਲਾਈਟ। ਇਟ ਮੀਨਸ ਅਕੋਰਡਿੰਗ ਟੂ ਲੈਂਸ, ਜਿਹੜਾ ਲੈਂਸ ਬੇਟਾ ਕਨਵਰਜ ਕਰਦਾ ਹੈ ਉਸਦੀ ਕਨਵਰਜਿੰਗ ਪਾਰ ਕੀ ਹੋ ਜੂਗੀ, ਜ਼ਿਆਦਾ ਹੋ ਜੂਗੀ। ਠੀਕ ਹੈ ਜੀ। ਅਗਰ ਡਾਈਵਰਜ ਕਰ ਰਿਹਾ ਤਾਂ ਉਹਦੀ ਡਾਈਵਰਜਿੰਗ ਪਾਰ ਹੈ ਉਹ ਕੀ ਹੋ ਜੂਗੀ, ਜ਼ਿਆਦਾ ਹੋ ਜੂਗੀ। ਔਨ ਦ ਅਦਰ ਹੈਂਡ ਬੇਟੇ ਅਗਰ ਲੈਂਸ ਦੀ ਫੋਕਲ ਲੈਂਥ ਜ਼ਿਆਦਾ ਹੈ ਤਾਂ ਪੀ ਕੀ ਹੋਊਗਾ ਬੇਟੇ, ਘੱਟ ਹੋਊਗਾ। ਇਟ ਮੀਨਸ ਉਸ ਲੈਂਸ ਦੀ ਜੋ ਪਾਰ ਹੈ ਬੇਟਾ ਕਨਵਰਜਿੰਗ ਔਰ ਡਾਈਵਰਜਿੰਗ ਦੀ, ਉਹ ਕੀ ਹੋ ਜੂਗੀ, ਘੱਟ ਜੂਗੀ। ਤਾਂ ਬੇਟਾ ਜੋ ਵੀ ਪਾਰ ਹੈ ਸਾਡੀ ਉਹ ਡਿਪੈਂਡ ਕਿਸ ਦੇ ਉੱਤੇ ਕਰੂਗੀ, ਫੋਕਲ ਲੈਂਥ 'ਤੇ ਕਰੂਗੀ। ਕਲੀਅਰ। ਤਾਂ ਹੁਣ ਆਪਾਂ ਪਹਿਲਾਂ ਬੇਟਾ ਸਮੋਲ ਫੋਕਲ ਲੈਂਥ ਦੀ ਗੱਲ ਕਰਦੇ ਹਾਂ ਕਿ ਆ ਕਨਵੈਕਸ ਲੈਂਸ ਆਫ ਸਮੋਲ ਫੋਕਲ ਲੈਂਥ। ਆਪਾਂ ਸਪੋਜ਼ ਕਰ ਲਿਆ ਕਿ ਕੋਈ ਸਾਡੇ ਕੋਲ ਲੈਂਸ ਹੈ ਬੇਟਾ, ਉਸਦੀ ਜੋ ਫੋਕਲ ਲੈਂਥ ਹੈ ਸਮੋਲ ਹੈ, ਬੈਂਡ ਲਾਈਟ ਰੇਜ਼ ਥਰੂ ਦ ਲਾਰਜ ਐਂਗਲ। ਤਾਂ ਉਹ ਕੀ ਕਰੂਗੀ ਬੇਟੇ, ਜੋ ਲਾਈਟ ਰੇਜ਼ ਨੇ ਉਹਨਾਂ ਨੂੰ ਲਾਰਜ ਐਂਗਲ ਦੇ ਉੱਤੇ ਬੇਟਾ ਬੈਂਡ ਕਰੂਗੀ ਐਂਡ ਰੇਜ਼ ਫੋਕਸਡ ਕਲੋਜ਼ ਟੂ ਦ ਆਪਟੀਕਲ center. It means the convex lens of a small focal length converge rays more strongly and hence large power. ਤਾਂ ਇਸਦਾ ਮਤਲਬ ਕੀ ਹੈ ਬੇਟਾ, ਇਸ ਦੇ ਵਿੱਚ ਕੀ ਸ਼ੋ ਕਰ ਰਿਹਾ ਕਿ ਸਪੋਜ਼ ਕਰ ਲਓ ਇਹ ਸਾਡੇ ਕੋਲ ਬੇਟੇ ਕਨਵੈਕਸ ਲੈਂਸ ਸੀਗਾ, ਉਸਦੀ ਜੋ ਫੋਕਲ ਲੈਂਥ ਸੀ ਉਹ ਸਮੋਲ ਸੀ। ਇਟ ਮੀਨਸ ਫੋਕਲ ਲੈਂਥ ਦਾ ਮਤਲਬ ਕੀ ਹੈ ਬੇਟੇ, ਡਿਸਟੈਂਸ ਬਿਟਵੀਨ ਆਪਟੀਕਲ ਸੈਂਟਰ ਐਂਡ ਫੋਕਸ, ਉਹ ਕੀ ਹੈ ਬੇਟੇ, ਸਮੋਲ ਹੈ। ਤਾਂ ਦੇਖੋ ਆਪਾਂ ਉਹ ਦੇ ਨੀਅਰ ਹੀ, ਮਤਲਬ ਸਾਡੇ ਲੈਂਸ ਦੇ ਨੀਅਰ ਹੀ ਐਫ ਹੈ। ਤਾਂ ਕੀ ਹੋਊਗਾ ਰਾਜੇ, ਜਦੋਂ ਵੀ ਲਾਈਟ ਇਸ ਦੇ ਉੱਤੇ ਫੋਲ ਕਰੂਗੀ ਤਾਂ ਸਮੋਲ ਫੋਕਲ ਲੈਂਥ ਹੋਣ ਕਰਕੇ ਬੇਟਾ ਇਹ ਪੁਆਇੰਟ ਕੀ ਹੈ, ਫੋਕਸ ਨੀਅਰ ਹੈ, ਤਾਂ ਕੀ ਹੈ ਬੇਟੇ, ਸਾਰੀਆਂ ਜੋ ਰੇਜ਼ ਨੇ ਉਹ ਕੀ ਨੇ ਬੇਟਾ, ਸਟਰੋਂਗਲੀ ਕਨਵਰਜ ਕਰ ਜਾਣਗੀਆਂ। ਠੀਕ ਹੈ ਜੀ। ਨੇੜੇ ਹੋਣ ਕਰਕੇ ਬੇਟਾ ਅਗਰ ਸਪੋਜ਼ ਕਰ ਲਓ ਕੋਈ ਵੀ ਚੀਜ਼ ਹੈ, ਅਗਰ ਉਹ ਦੂਰ ਹੋਊਗੀ ਤਾਂ ਉਸਦਾ ਇਫੈਕਟ ਕੀ ਹੈ ਬੇਟੇ, ਘੱਟ ਹੋਊਗਾ। ਅਗਰ ਨੇੜੇ ਹੈ ਤਾਂ ਉਹ ਕੀ ਹੋਊਗੀ, ਜ਼ਿਆਦਾ ਹੋਊਗੀ। ਤਾਂ ਜੋ ਕਨਵੈਕਸ ਲੈਂਸ ਹੈ ਬੇਟਾ ਉਹ ਸਾਡਾ ਕਨਵਰਜਿੰਗ ਲੈਂਸ ਹੈ, ਤਾਂ ਇਸ ਕਰਕੇ ਬੇਟਾ ਜੋ ਰੇਜ਼ ਨੇ ਉਹ ਸਟਰੋਂਗਲੀ ਕਨਵਰਜ ਹੋ ਜਾਣਗੀਆਂ। ਕਿਉਂ? ਕਿਉਂਕਿ ਬੇਟੇ ਉਸਦੀ ਫੋਕਲ ਲੈਂਥ ਘੱਟ ਹੋਣ ਕਰਕੇ ਜੋ ਸਾਡਾ ਫੋਕਸ ਸੀਗਾ ਉਹ ਕੀ ਹੈ ਬੇਟੇ, ਨੀਅਰ ਟੂ ਦ ਆਪਟੀਕਲ ਸੈਂਟਰ ਹੈ। ਕਲੀਅਰ। Next beta, in the case of concave lens of a small focal length, अगैन बेटा वो लार्जर एंगल ਦੇ ਉੱਤੇ ਬੈਂਡ ਕਰੂਗੀ ਔਰ ਜੋ ਡਾਈਵਰਜਿੰਗ ਪਾਰ ਹੋਗੀ ਉਹ ਕੀ ਹੋਗੀ ਰਾਜੇ, ਸਟਰੋਂਗ ਹੋਗੀ। ਇਟ ਮੀਨਸ ਪਾਰ ਆਫ ਅ ਕਨਕੇਵ ਲੈਂਸ ਆਫ ਅ ਲਾਰਜ ਫੋਕਲ ਲੈਂਥ ਇਜ਼ ਲਾਰਜ। ਤਾਂ ਇਸ ਕਰਕੇ ਜਿਹੜੀ ਪਾਵਰ ਹੈ ਬੇਟੇ ਉਹ ਕੀ ਹੋ ਜੂਗੀ, ਇਸ ਕੇਸ ਦੇ ਵਿੱਚ ਲਾਰਜ ਹੋ ਜੂਗੀ। ਠੀਕ ਹੈ ਜੀ। ਹੁਣ ਦੇਖੋ ਬੇਟੇ ਸਮੋਲ ਫੋਕਲ ਲੈਂਥ ਸੀਗਾ ਤਾਂ ਇਹ ਫੋਕਸ ਕੀ ਹੈ ਬੇਟੇ, ਸਾਡਾ ਨੀਅਰ ਹੈ। ਸਾਰੀਆਂ ਰੇਜ਼ ਫੋਲ ਕੀਤੀਆਂ ਬੇਟਾ, ਕਿਉਂਕਿ ਕਨਕੇਵ ਦੇ ਵਿੱਚ ਆਪਾਂ ਕੀ ਕਰਦੇ ਹਾਂ ਬੇਟੇ, ਅਪੀਅਰ ਹੁੰਦੀਆਂ ਨੇ ਆਪਣੀਆਂ ਰੇਜ਼, ਤਾਂ ਅਪੀਅਰ ਹੋਈਆਂ ਬੇਟੇ ਤਾਂ ਫੋਕਸ ਕੀ ਹੋ ਗਈਆਂ, ਐਫ ਦੇ ਉੱਤੇ ਆ ਕੇ ਕੀ ਹੋ ਗਈਆਂ ਬੇਟੇ, ਫੋਕਸ ਹੋ ਗਈਆਂ। ਦੇਖੋ ਇਹ ਸਾਰੀਆਂ ਕੀ ਨੇ ਬੇਟੇ, ਡਾਈਵਰਜਿੰਗ ਨੇ, ਦੂਰ ਦੂਰ ਨੂੰ ਜਾ ਰਹੀਆਂ ਨੇ, ਕਿਸੇ ਵੀ ਇੱਕ ਪੁਆਇੰਟ ਦੇ ਉੱਤੇ ਮੀਟ ਨਹੀਂ ਕਰ ਰਹੀਆਂ ਸੀ। ਇਸ ਕਰਕੇ ਬੇਟਾ ਆਪਾਂ ਇਸ ਨੂੰ ਬੈਕਵਰਡ ਜੁਆਇਨ ਕਰਦੇ ਹਾਂ। ਠੀਕ ਹੈ ਜੀ। ਤਾਂ ਉਹ ਕੀ ਨੇ ਬੇਟਾ, ਨੀਅਰ ਫੋਕਸ ਹੋਣ ਕਰਕੇ ਉਹ ਕੀ ਹੋ ਗਈਆਂ ਬੇਟਾ, ਸਟਰੋਂਗਲੀ ਮੀਟ ਕਰ ਰਹੀਆਂ, ਮੀਨਸ ਡਾਈਵਰਜ ਕਰ ਰਹੀਆਂ ਨੇ। ਕਲੀਅਰ। ਸਿਮਿਲਰਲੀ ਹੁਣ ਉਹਦਾ ਅਪੋਜ਼ਿਟ ਕੇਸ ਕੰਸੀਡਰ ਕਰਾਂਗੇ, ਜਦੋਂ ਫੋਕਲ ਲੈਂਥ ਕੀ ਹੋਊਗੀ ਬੇਟਾ, ਜ਼ਿਆਦਾ ਹੋਊਗੀ।
ਤਾਂ ਫੋਕਲ ਲੈਂਥ ਜ਼ਿਆਦਾ ਹੋਊਗੀ ਤਾਂ ਪਾਵਰ ਕੀ ਹੋਊਗੀ ਰਾਜੇ, ਘੱਟ ਹੋਊਗੀ। ਸੇਮ ਕਿ ਅਗਰ ਕੋਈ ਚੀਜ਼ ਦੂਰ ਹੈ ਤਾਂ ਉਸ ਦੇ ਉੱਤੇ ਇਫੈਕਟ ਘੱਟ ਹੋਊਗਾ। ਤਾਂ ਹੁਣ ਦੇਖੋ ਬੇਟੇ ਆਪਟੀਕਲ ਸੈਂਟਰ ਤੋਂ ਜੋ ਫੋਕਸ ਹੈ ਉਹ ਕੀ ਹੋ ਗਿਆ ਸਾਡਾ, ਜ਼ਿਆਦਾ ਹੋ ਗਿਆ, ਜ਼ਿਆਦਾ ਦੂਰ ਹੋ ਗਿਆ। ਤਾਂ ਇਸ ਕਰਕੇ ਬੇਟੇ ਜੋ ਪਾਰ ਦਾ ਇਫੈਕਟ ਹੈ ਉਹ ਵੀ ਕੀ ਹੋਊਗਾ ਰਾਜੇ, ਸਮੋਲ ਹੋਊਗਾ। ਪਾਵਰ ਦੀ ਜੋ ਵੈਲਿਊ ਹੋਊਗੀ ਉਹ ਸਮੋਲ ਆਊਗੀ। ਸਿਮਿਲਰਲੀ ਬੇਟਾ ਇਨ ਦਾ ਕੇਸ ਆਫ ਕਨਕੇਵ, ਕਨਕੇਵ ਦੇ ਵਿੱਚ ਵੀ ਬੇਟੇ O ਔਰ F ਦਾ ਡਿਸਟੈਂਸ ਕੰਪੈਰੇਟਿਵਲੀ ਅਰਲੀਅਰ ਵਨ ਦੇ ਬੇਟਾ ਜ਼ਿਆਦਾ ਹੋ ਗਿਆ। ਇਸ ਕਰਕੇ ਜੋ ਪਾਰ ਹੈ ਬੇਟੇ ਉਹ ਕੀ ਹੋਊਗੀ, ਘੱਟ ਹੋਊਗੀ। ਕਲੀਅਰ। ਓਬਵੀਅਸ ਹੈ ਬੇਟਾ ਸਾਨੂੰ ਪਤਾ ਹੈ ਕਿ ਜਦੋਂ P ਔਰ F ਦਾ ਇਨਵਰਸਲੀ ਰਿਲੇਸ਼ਨ ਹੈ, ਅਗਰ ਫੋਕਲ ਲੈਂਥ ਜ਼ਿਆਦਾ ਹੈ ਤਾਂ ਬੇਟਾ P ਕੀ ਹੋਊਗੀ, ਘੱਟ ਹੋਊਗੀ। ਤਾਂ ਉਸ ਨੂੰ ਹੁਣ ਬੇਟਾ ਆਪਾਂ ਬਾਈ ਯੂਜ਼ਿੰਗ ਦ ਰੇ ਡਾਇਗ੍ਰਾਮਸ ਹੀ ਆਪਾਂ ਇਸ ਨੂੰ ਸ਼ੋ ਕਰਤਾ ਕਿ ਇਨ ਦਿਸ ਮੈਨਰ ਜੋ ਪਾਰ ਹੋ ਗਿਆ ਬੇਟਾ ਉਹ ਕੀ ਹੋਊਗੀ, ਸਮੋਲ ਵੈਲਿਊ ਹੋਊਗੀ ਇਫ ਫੋਕਲ ਲੈਂਥ ਵਿਲ ਬੀ ਲਾਰਜ। ਨਾਓ ਨੈਕਸਟ ਇਜ਼ ਅ ਬੇਟਾ SI ਯੂਨਿਟ ਆਫ ਪਾਰ। ਬੇਟਾ ਜੋ SI ਯੂਨਿਟ ਹੈ ਪਾਰ ਦੀ ਉਹ ਡਾਇਓਪਟਰ ਹੈ, ਜਿਸ ਨੂੰ ਕੈਪੀਟਲ D ਦੇ ਨਾਲ ਆਪਾਂ ਬੇਟਾ ਡਿਨੋਟ ਕਰਦੇ ਹਾਂ। ਪਾਰ ਆਫ ਲੈਂਸ ਇਜ਼ 1 ਡਾਇਓਪਟਰ। ਹੁਣ 1 ਡਾਇਓਪਟਰ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ ਬੇਟਾ, ਪਾਰ ਆਫ ਲੈਂਸ ਇਜ਼ ਅ 1 ਡਾਇਓਪਟਰ ਇਫ ਇਟਸ ਫੋਕਲ ਲੈਂਥ ਇਜ਼ ਅ 1 ਮੀਟਰ। ਬੇਟਾ ਜਦੋਂ ਫੋਕਲ ਲੈਂਥ 1 ਮੀਟਰ ਹੋਊਗੀ ਤਾਂ ਜੋ ਲੈਂਸ ਦੀ ਪਾਵਰ ਹੋਊਗੀ, ਪਾਰ ਹੋਊਗੀ, ਉਹ ਕਿਸ ਦੇ ਇਕੁਅਲ ਹੋਊਗੀ ਬੇਟਾ, 1 ਡਾਇਓਪਟਰ ਦੇ ਇਕੁਅਲ ਹੋਊਗੀ। ਤਾਂ ਠੀਕ ਹੈ ਜੀ, ਡਾਇਓਪਟਰ ਬੇਟਾ ਇਸ ਦਾ SI ਯੂਨਿਟ ਹੈ, ਇਸ ਨੂੰ ਲਰਨ ਰੱਖਣਾ ਹੈ। ਨਾਓ ਨੈਕਸਟ ਇਜ਼ ਬੇਟਾ ਪਾਰ ਆਫ ਕੰਬੀਨੇਸ਼ਨ ਆਫ 2 ਲੈਂਸਿਜ਼ ਇਨ ਕੰਟੈਕਟ। ਬੇਟੇ ਹੁਣ ਤੱਕ ਆਪਾਂ ਇੱਕ ਲੈਂਸ ਦੀ ਗੱਲ ਕਰਦੇ ਆ ਰਹੇ ਸੀ। ਅਗਰ ਸਾਡੇ ਕੋਲ 2 ਲੈਂਸਿਜ਼ ਹੋਣ ਤਾਂ ਉਸ ਕੇਸ ਦੇ ਵਿੱਚ ਬੇਟਾ ਪਾਵਰ ਕਿਵੇਂ ਆਪਾਂ ਫਾਈਂਡ ਆਊਟ ਕਰਾਂਗੇ। ਆਪਾਂ ਕੰਸੀਡਰ ਕਰ ਲਿਆ ਬੇਟਾ 2 ਸਾਡੇ ਕੋਲ ਲੈਂਸਿਜ਼ ਨੇ ਜਿਨਸ ਦੀ ਫੋਕਲ ਲੈਂਥ ਬੇਟਾ F1 ਐਂਡ F2 ਹੈ। ਦੋਨੋਂ ਕੀ ਨੇ ਬੇਟੇ, ਇਨ ਕੰਟੈਕਟ ਦੇ ਵਿੱਚ ਨੇ। ਤਾਂ ਦੋਨਾਂ ਦਾ ਜੋ ਕੰਬੀਨੇਸ਼ਨ ਹੈ ਨਾ ਬੇਟਾ ਉਹ ਬਿਹੇਵ ਕਰੂਗਾ ਐਜ਼ ਅ ਸਿੰਗਲ ਲੈਂਸ। ਤਾਂ ਦੋਨੋਂ ਕੀ ਨੇ ਬੇਟੇ, ਕੰਬੀਨੇਸ਼ਨ ਦੇ ਵਿੱਚ ਸਿੰਗਲ ਲੈਂਸ ਦੀ ਤਰ੍ਹਾਂ ਡੀਲ ਕਰਨਗੇ। ਠੀਕ ਹੈ ਜੀ, ਜਿਸ ਦੀ ਫੋਕਲ ਲੈਂਥ ਕੀ ਹੋਊਗੀ ਬੇਟੇ, F ਹੋਊਗੀ। ਔਰ ਇਸ ਨੂੰ ਬੇਟਾ ਆਪਾਂ ਇਕੁਈਵੈਲੈਂਟ ਲੈਂਸ ਬੋਲਦੇ ਹਾਂ। ਕੰਬੀਨੇਸ਼ਨ ਜੋ ਹੁੰਦਾ ਨਾ 2 ਲੈਂਸਿਜ਼ ਦਾ, ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟਾ, ਇਕੁਈਵੈਲੈਂਟ ਲੈਂਸਿਜ਼। ਔਰ ਕੋਰਸਪੋਂਡਿੰਗ ਜੋ ਫੋਕਲ ਲੈਂਥ ਹੋਗੀ ਬੇਟਾ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟਾ, ਇਕੁਈਵੈਲੈਂਟ ਫੋਕਲ ਲੈਂਥ। ਤਾਂ ਜੋ ਫੋਕਲ ਲੈਂਥ ਹੈ ਬੇਟਾ ਉਹ ਇਸ ਟਾਈਪ ਦੇ ਨਾਲ ਆ ਜੂਗੀ ਸਾਡੇ ਕੋਲ 1/f ਇਕੁਅਲਸ ਟੂ, ਇੰਡੀਵਿਜੂਅਲੀ ਦੋਨੋਂ ਨੂੰ ਆਪਾਂ ਐਡ ਕਰ ਦਾਂਗੇ 1/f1 ਪਲੱਸ 1/f2। ਹੁਣ ਆਪਾਂ ਨੂੰ ਪਤਾ ਰਾਜੇ ਜੋ P ਹੈ ਉਹ 1/f ਹੈ, ਤਾਂ ਇਸ ਕਰਕੇ ਬੇਟੇ ਇੱਥੇ ਵੈਲਿਊਜ਼ ਪੁੱਟ ਕਰ ਦਿਓ। P ਆ ਗਿਆ ਬੇਟਾ P1 ਪਲੱਸ P2। ਤਾਂ ਸਾਡੇ ਕੋਲ ਕੀ ਆ ਗਿਆ ਬੇਟੇ, P ਇਕੁਅਲਸ ਟੂ P1 ਪਲੱਸ P2। ਅਗਰ ਬੇਟੇ ਸਾਡੇ ਕੋਲ ਨੰਬਰ ਆਫ ਲੈਂਸਿਜ਼ ਨੇ ਤਾਂ ਸਾਰਿਆਂ ਦੀਆਂ ਪਾਰਟਸ ਨੂੰ ਬੇਟਾ ਇੰਡੀਵਿਜੂਅਲੀ ਅਸੀਂ ਐਡ ਕਰ ਦਾਂਗੇ। ਤਾਂ ਜੋ ਹੋਲ ਕੰਬੀਨੇਸ਼ਨ ਹੈ ਬੇਟੇ ਉਹ ਇਕੁਈਵੈਲੈਂਟ ਲੈਂਸ ਦੀ ਤਰ੍ਹਾਂ ਐਕਟ ਕਰੂਗਾ। ਤਾਂ ਇਟ ਮੀਨਸ ਹਰ ਇੱਕ ਲੈਂਸ ਦੀ ਬੇਟੇ ਪਾਰ ਨੂੰ ਅਸੀਂ ਐਡ ਕਰਕੇ ਟੋਟਲ ਜੋ ਸਾਡੇ ਕੋਲ ਵੈਲਿਊ ਆਊਗੀ ਉਹ ਸਾਡੇ ਕੋਲ ਕੰਬੀਨੇਸ਼ਨ ਦੀ ਪਾਰ ਦੀ ਵੈਲਿਊ ਆ ਜੂਗੀ। ਤਾਂ ਇਨ ਦਿਸ ਮੈਨਰ ਬੇਟਾ we will solve the combination of 2 or more lenses। ਹੁਣ ਬੇਟਾ ਆਪਾਂ ਗੱਲ ਕੀਤੀ ਸੀਗੀ ਕੰਬੀਨੇਸ਼ਨ ਦੀ। ਤਾਂ ਹੋ ਸਕਦਾ ਬੇਟੇ ਦੋਨੋਂ ਜੋ ਲੈਂਸਿਜ਼ ਨੇ ਉਹ ਕਨਵੈਕਸ ਹੋਣ, ਹੋ ਸਕਦਾ ਦੋਨੋਂ ਕਨਕੇਵ ਹੋਣ। ਇਹ ਵੀ ਤਾਂ ਪੋਸੀਬਿਲਿਟੀ ਹੈ ਬੇਟਾ ਕਿ ਇੱਕ ਕਨਵੈਕਸ ਔਰ ਇੱਕ ਕਨਕੇਵ ਹੋਵੇ। ਤਾਂ ਉਸ ਦੇ ਅਕੋਰਡਿੰਗ ਹੁਣ ਆਪਾਂ ਡਿਸਕਸ ਕਰਾਂਗੇ ਕਿ ਕੰਬੀਨੇਸ਼ਨ ਆਫ ਲੈਂਸਿਜ਼ ਇਨ ਕੰਟੈਕਟ ਬਿਹੇਵ ਐਜ਼ ਅ ਕਨਵੈਕਸ ਲੈਂਸ। ਤਾਂ ਬੇਟੇ ਉਹ ਦੇਖੋ ਜੇ ਅਗਰ ਤਾਂ ਦੋਨੋਂ ਕਨਵੈਕਸ ਨੇ ਫਿਰ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ ਕਨਵੈਕਸ ਦੀ ਤਰ੍ਹਾਂ ਗੱਲ ਕਰਾਂਗੇ ਉਹ ਐਕਟ ਕਰੂਗਾ। ਅਗਰ ਬੇਟੇ ਇੱਕ ਕਨਕੇਵ ਹੈ ਤਾਂ ਕਨਵੈਕਸ ਹੈ, ਤਾਂ ਕਿਵੇਂ ਕਿਸ ਕੰਡੀਸ਼ਨ ਦੇ ਅੰਡਰ ਬੇਟੇ ਉਹ ਐਕਟ ਕਰੂਗਾ ਐਜ਼ ਅ ਕਨਵੈਕਸ ਲੈਂਸ। ਕਲੀਅਰ, ਕਨਵੈਕਸ ਵੀ ਹੋ ਸਕਦਾ, ਕਨਕੇਵ ਵੀ ਹੋ ਸਕਦਾ, ਕਿਉਂਕਿ ਹੁਣ 2 ਲੈਂਸਿਜ਼ ਨੇ, ਇੱਕ ਕਨਵੈਕਸ ਹੈ ਇੱਕ ਕਨਕੇਵ ਹੈ। ਤਾਂ ਦੋਨੋਂ ਦਾ ਕੰਬੀਨੇਸ਼ਨ ਬੇਟੇ ਕਦੋਂ ਐਜ਼ ਅ ਕਨਵੈਕਸ ਡੀਲ ਕਰੂਗਾ, ਕਦੋਂ ਬੇਟਾ ਐਜ਼ ਅ ਕਨਕੇਵ ਕਰੂਗਾ, ਤਾਂ ਆਪਾਂ 1 by 1 ਇਸ ਨੂੰ ਡਿਸਕਸ ਕਰਾਂਗੇ। So firstly beta we will discuss combination of lenses in contact behave as a convex lens। ਤਾਂ ਦੋਨਾਂ ਦਾ combination ਕੀ ਹੈ ਬੇਟੇ, convex lens ਕਦੋਂ act ਕਰੂਗਾ, if either both lenses in contact are convex lenses। ਫਿਰ ਤਾਂ ਸਾਡਾ ਸਿੰਪਲ ਹੀ ਹੋ ਗਿਆ ਬੇਟੇ ਕਿ ਸਾਨੂੰ ਪਤਾ ਲੱਗ ਗਿਆ ਦੋਨੋਂ lenses ਕੀ ਨੇ ਰਾਜੇ, convex ਨੇ। ਤਾਂ obvious ਹੈ ਜੋ combination ਹੋਊਗਾ ਉਹ ਵੀ convex ਦਾ ਹੋਊਗਾ। Now in the another case ਜਦੋਂ ਬੇਟੇ ਇੱਕ ਲੈਂਸ ਸਾਡੇ ਕੋਲ convex ਹੈ ਤੇ ਇੱਕ concave ਹੈ ਔਰ ਅਸੀਂ ਚਾਹੁੰਦੇ ਹਾਂ ਕਿ ਬੇਟੇ ਦੋਨਾਂ ਦਾ ਕੰਬੀਨੇਸ਼ਨ ਐਕਟ ਕਰੇ ਕਨਵੈਕਸ ਦੀ ਤਰ੍ਹਾਂ, ਤਾਂ ਸਾਨੂੰ ਕੀ ਕਰਨਾ ਪਊਗਾ। ਇਨ ਦੈਟ ਸਿਚੁਏਸ਼ਨ ਬੇਟਾ ਜੋ ਸਾਡਾ ਕਨਵੈਕਸ ਲੈਂਸ ਹੈ ਉਸ ਦੀ ਤਾਂ ਹੋਣੀ ਚਾਹੀਦੀ ਹੈ ਰਾਜੇ ਸਮੋਲ ਫੋਕਲ ਲੈਂਥ, ਔਰ ਜੋ ਕਨਕੇਵ ਹੈ ਉਸ ਦੀ ਹੋਣੀ ਚਾਹੀਦੀ ਹੈ ਫੋਕਲ ਲੈਂਥ ਲਾਰਜ। ਅਗਰ ਬੇਟੇ ਕਨਵੈਕਸ ਸਮੋਲ ਦਾ ਹੋਊਗਾ, ਕਨਕੇਵ ਲਾਰਜ ਫੋਕਲ ਲੈਂਥ ਦਾ ਹੋਊਗਾ, ਤਾਂ ਦੋਨਾਂ ਦਾ ਕੰਬੀਨੇਸ਼ਨ ਐਕਟ ਕਰੂਗਾ ਬੇਟੇ ਕਨਵੈਕਸ ਦੀ ਤਰ੍ਹਾਂ। ਠੀਕ, ਹੁਣ ਆਪਾਂ ਐਗਜ਼ਾਮਪਲ ਲੈ ਕੇ ਬੇਟੇ ਇਸ ਨੂੰ ਡਿਸਕਸ ਕਰਾਂਗੇ, ਹੋਰ ਵੀ ਕਲੀਅਰ ਹੋ ਜਾਊਗਾ ਤੁਹਾਨੂੰ।
ਸੋ ਫਸਟ ਦੇ ਵਿੱਚ ਆਪਾਂ ਸਪੋਜ਼ ਕਰ ਲਿਆ ਕਿ ਬੇਟੇ ਦੋਨੋਂ ਕੀ ਨੇ, ਸਾਡੇ ਕੋਲ ਕਨਵੈਕਸ ਨੇ। ਦੋਨਾਂ ਦੀ ਜੋ ਫੋਕਲ ਲੈਂਥ ਇੱਕ ਦੀ ਬੇਟਾ 5 ਸੈਂਟੀਮੀਟਰ ਹੈ, ਸੈਕਿੰਡ ਵਾਲੇ ਦੀ 10 ਸੈਂਟੀਮੀਟਰ ਹੈ। ਤਾਂ ਬੇਟੇ ਸਿੰਪਲੀ ਆਪਾਂ ਇਸ ਫਾਰਮੂਲਾ ਨੂੰ ਯੂਜ਼ ਕੀਤਾ ਬੇਟੇ 1/5 1/10, ਇਸ ਨੂੰ ਸੋਲਵ ਕੀਤਾ ਬੇਟੇ 3/10। ਇਟ ਮੀਨਸ ਐਫ ਕੀ ਆ ਗਿਆ ਬੇਟੇ ਦਾ ਰੈਸੀਪ੍ਰੋਕਲ ਕਰ ਦਿਓ, ਕਿਉਂਕਿ ਇੱਥੇ ਕੀ ਸੀ ਸਾਡੇ ਕੋਲ 1/f ਸੀਗਾ। ਅਗਰ ਐਫ ਚਾਹੀਦਾ ਤਾਂ ਬੇਟਾ ਇਸ ਨੂੰ ਅਸੀਂ ਰੈਸੀਪ੍ਰੋਕਲ ਕਰਤਾ ਤਾਂ ਉਹ ਆ ਗਿਆ ਬੇਟੇ 10/3 ਵਿਚ ਇਜ਼ ਇਕੁਅਲਸ ਟੂ 3.33 ਸੈਂਟੀਮੀਟਰ। ਹੁਣ ਦੇਖੋ ਰਾਜੇ ਫੋਕਲ ਲੈਂਥ ਪੋਜ਼ੀਟਿਵ ਆ ਗਈ, ਆਪਾਂ ਕਰਕੇ ਆਏ ਬੇਟੇ ਅਗਰ ਪੋਜ਼ੀਟਿਵ ਹੈ ਤਾਂ ਕੀ ਹੁੰਦਾ ਰਾਜੇ, ਕਨਵੈਕਸ ਲੈਂਸ ਹੈ। ਤਾਂ ਇਟ ਮੀਨਸ ਬੇਟਾ ਹੋਲ ਕੰਬੀਨੇਸ਼ਨ ਐਕਟ ਕੀ ਕਰ ਰਿਹਾ ਬੇਟਾ, ਜੋ ਵੀ ਇਕੁਇਵਲੈਂਟ ਲੈਂਸ ਹੈ ਉਹ ਐਕਟ ਕਰੂਗਾ ਐਜ਼ ਅ ਕਨਵੈਕਸ ਲੈਂਸ। ਨਾਓ ਬੇਟੇ ਨੈਕਸਟ ਕੇਸ, ਜਦੋਂ ਆਪਾਂ ਗੱਲ ਕੀਤੀ ਕਿ ਇੱਕ ਕਨਵੈਕਸ ਹੈ ਇੱਕ ਕਨਕੇਵ ਹੈ। ਜੋ ਕਨਵੈਕਸ ਸੀ ਆਪਾਂ ਕਿਹਾ ਸਮਾਲ ਫੋਕਲ ਲੈਂਥ, ਉਸ ਦੀ ਆਪਾਂ 5 ਕੰਸੀਡਰ ਕਰ ਲਈ ਬੇਟੇ। ਕਨਕੇਵ ਜੋ ਆਪਾਂ ਸਪੋਜ਼ ਕੀਤੀ ਕਿ ਲਾਰਜਰ ਫੋਕਲ ਲੈਂਥ ਹੈ, ਉਸ ਨੂੰ ਆਪਾਂ 10 ਲੈ ਲਿਆ। ਤਾਂ ਹੁਣ ਰਾਜੇ 1/5, ਹੁਣ ਅਗਰ ਕਨਕੇਵ ਹੈ ਉਹਦੀ ਫੋਕਲ ਲੈਂਥ ਨੈਗੇਟਿਵ ਹੁੰਦੀ ਹੈ ਤਾਂ -1/10। ਜਦੋਂ ਬੇਟੇ ਇਸ ਨੂੰ ਸੋਲਵ ਕੀਤਾ ਤਾਂ ਤੁਹਾਡੇ ਕੋਲ ਕੀ ਆ ਗਿਆ ਬੇਟੇ 1/10 ਆ ਗਿਆ। ਇਹਦਾ ਮਤਲਬ ਐਫ ਕੀ ਆ ਗਿਆ ਰਾਜੇ 10 ਸੈਂਟੀਮੀਟਰ ਆ ਗਿਆ। ਪੋਜ਼ੀਟਿਵ ਆ ਗਿਆ ਤਾਂ ਇਟ ਮੀਨਸ ਕੀ ਹੈ ਬੇਟੇ ਕਨਵੈਕਸ। ਹੁਣ ਲਾਰਜਰ ਕਿਉਂ ਹੋਣਾ ਚਾਹੀਦਾ ਸੀ ਬੇਟਾ, ਜਦੋਂ ਇਸ ਨੂੰ ਸੋਲਵ ਕਰਾਂਗੇ ਨਾ, ਅਗਰ ਇਹ ਸਮੋਲ ਹੋਊਗਾ ਤਾਂ ਸਾਡੀ ਵੈਲਿਊ ਨੈਗੇਟਿਵ ਆ ਜੂਗੀ। ਤਾਂ ਜੋ ਅਸੀਂ ਕਨਕੇਵ ਲਿਆ ਬੇਟਾ ਉਸ ਨੂੰ ਆਲਵੇਜ਼ ਲਾਰਜਰ ਰੱਖਣਾ ਹੈ, ਕਿ ਜਦੋਂ ਅਸੀਂ ਇਸ ਨੂੰ ਸੋਲਵ ਕਰਾਂਗੇ ਤਾਂ ਸਾਡੀ ਫੋਕਲ ਲੈਂਥ ਕੀ ਆ ਜੂਗੀ ਰਾਜੇ, ਪੋਜ਼ੀਟਿਵ ਆ ਜੂਗੀ। ਔਰ ਪੋਜ਼ੀਟਿਵ ਦਾ ਕੀ ਮਤਲਬ ਹੈ ਕਿ ਉਹ ਕਨਵੈਕਸ ਲੈਂਸ ਹੈ। ਇਸ ਕਰਕੇ ਆਪਾਂ ਕਿਹਾ ਬੇਟਾ ਕਿ ਅਗਰ ਸਾਡੇ ਕੋਲ ਕੰਬੀਨੇਸ਼ਨ ਹੈ ਵਨ ਲੈਂਸ ਇਜ਼ ਅ ਕਨਵੈਕਸ ਐਂਡ ਅਦਰ ਇਜ਼ ਅ ਕਨਕੇਵ, ਔਰ ਅਸੀਂ ਚਾਹੁੰਦੇ ਹਾਂ ਕਿ ਬੋਥ ਕੰਬੀਨੇਸ਼ਨ, ਦੋਨਾਂ ਦਾ ਕੰਬੀਨੇਸ਼ਨ ਹੈ ਜੋ ਐਕਟ ਕਰੇ ਐਜ਼ ਅ ਕਨਵੈਕਸ, ਤਾਂ ਬੇਟੇ ਕਨਵੈਕਸ ਨੂੰ ਆਲਵੇਜ਼ ਸਮਾਲ ਫੋਕਲ ਲੈਂਥ ਲੈਣੀ ਹੈ ਔਰ ਕਨਕੇਵ ਦੀ ਬੇਟਾ ਲਾਰਜ ਫੋਕਲ ਲੈਂਥ ਲੈਣੀ ਹੈ। ਨਾਓ ਬੇਟੇ ਨੈਕਸਟ ਕੇਸ, ਜਦੋਂ ਆਪਾਂ ਕਹਿ ਰਹੇ ਹਾਂ ਕਿ ਉਹ ਕੰਬੀਨੇਸ਼ਨ ਬਿਹੇਵ ਕਰੇ ਐਜ਼ ਅ ਕਨਕੇਵ, ਤਾਂ ਦੋ ਪੋਸੀਬਿਲਿਟੀਜ਼। ਫਸਟ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਬੇਟਾ ਬੋਥ ਦਾ ਲੈਂਸਿਜ਼ ਆਰ ਕਨਕੇਵ। ਸੈਕਿੰਡ ਬੇਟਾ ਹੁਣ ਉਸ ਦਾ ਰੈਸੀਪ੍ਰੋਕਲ ਹੋ ਜੂਗਾ। ਕਨਵੈਕਸ ਬੇਟੇ ਲਾਰਜ ਫੋਕਲ ਲੈਂਥ ਦਾ ਹੋਣਾ ਚਾਹੀਦਾ, ਕਨਕੇਵ ਬੇਟਾ ਸਮੋਲ ਦਾ ਹੋਣਾ ਚਾਹੀਦਾ। ਹੁਣ ਬੇਟਾ ਇਸ ਇਲਾਸਟ੍ਰੇਸ਼ਨ ਦੇ ਵਿੱਚ ਦੋਨੋਂ ਕੀ ਸੀ ਬੇਟੇ, ਕਨਕੇਵ ਸੀ। ਦੋਨਾਂ ਦੀ ਆਪਾਂ ਇੱਕ 5 ਲੈ ਲਈ ਬੇਟੇ, ਇੱਕ 10 ਲੈ ਲਈ। ਪੁੱਟ ਕਰਦੀ ਹਾਂ ਵੈਲਿਊਜ਼ ਬੇਟੇ, ਜਦੋਂ ਇਸ ਨੂੰ ਸੋਲਵ ਕੀਤਾ ਬੇਟਾ ਤਾਂ ਤੁਹਾਡੇ ਕੋਲ ਕੀ ਆ ਗਿਆ ਰਾਜੇ, ਨੈਗੇਟਿਵ ਆ ਗਿਆ। ਨੈਗੇਟਿਵ ਦਾ ਮਤਲਬ ਕੀ ਹੈ ਰਾਜੇ, ਕਿ ਜੋ ਇਕੁਇਵਲੈਂਟ ਲੈਂਸ ਹੈ ਉਹ ਐਕਟ ਕਰੂਗਾ ਐਜ਼ ਅ ਕਨਕੇਵ। ਹੁਣ ਨੈਕਸਟ ਕੇਸ ਦੇ ਵਿੱਚ ਬੇਟੇ ਜਦੋਂ ਕਨਵੈਕਸ ਸਾਡੇ ਕੋਲ ਹੈ ਔਰ ਇੱਕ ਕਨਕੇਵ ਹੈ, ਕਲੀਅਰ। ਹੁਣ ਰਾਜੇ ਜੋ ਕਨਵੈਕਸ ਸੀਗਾ ਉਸ ਨੂੰ ਆਪਾਂ ਲਾਰਜ ਲੈਣਾ ਸੀ, ਆਪਾਂ ਲਿਖਤਾ 1/10। ਕਨਕੇਵ ਆਫ ਲੈਂਥ ਕਿੰਨੀ ਸੀ ਬੇਟਾ, 5 ਦੀ ਸੀ ਤਾਂ -1/5। ਜਦੋਂ ਇਸ ਨੂੰ ਹੋਲ ਕੰਬੀਨੇਸ਼ਨ ਨੂੰ ਸੋਲਵ ਕੀਤਾ ਬੇਟੇ -1/10 ਆ ਗਿਆ, ਔਰ f ਇਕੁਅਲਸ ਟੂ -10 ਮੀਟਰ। ਇਟ ਮੀਨਸ ਬੇਟਾ ਜੋ ਇਕੁਇਵਲੈਂਟ ਲੈਂਸ ਹੈ ਉਹ ਕੀ ਹੈ ਬੇਟੇ, ਕਨਕੇਵ ਹੈ, ਕਿਉਂਕਿ ਜੋ ਸਾਡੀ ਫੋਕਲ ਲੈਂਥ ਹੈ ਉਹ ਕੀ ਆ ਗਈ ਬੇਟਾ, ਨੈਗੇਟਿਵ ਆ ਗਈ। ਤਾਂ ਇਸ ਟਾਈਪ ਦੇ ਨਾਲ ਬੇਟਾ ਅਸੀਂ ਕੰਬੀਨੇਸ਼ਨ ਦੇ ਵਿੱਚ ਲੈਂਸਿਸ ਨੂੰ ਯੂਜ਼ ਕਰਦੇ ਹਾਂ। So beta with this topic your chapter refraction of light beta today finished, clear. After this beta, after this lecture now beta we will discuss numericals based on the mirror formula, linear magnification.